मिलै सुख नाम हर शोभा। चिंता लाहे हमारी। रहाओ अबर ना सूझै दूजी ठाहर। हार परियो तो द्वारी। लेखा छोड़ हलेखा छूटै। हम निर्गुण लेहो उबारी। साध बख्शिंद सदा मेहरबाना। सबना देह आधारी। नानक दास संत पाछै परियो। राख ले हो एह बारी। तेरे कवन कवन गुण कह कह गावा। तू साहिब गुनी निधाना। तुमरी महिमा बरन न साको। तू ठाकुर ऊच भगवाना। मैं हर हर नाम धर सोई। जो भावै त्यों राख मेरे साहिब। मैं तुझ बिन अवर ना कोई। रहाओ मैं तान दीवान। तू है मेरे स्वामी। मैं तुझे आगे अरदास। मैं होर थाऊं नहीं। जिस पै करो बिनती। मेरा दुख सुख तुध ही पास। जेता जियो पिंड सब तेरा। तू
तू अंतरजामी पुरख भगवान। दासण दास कहे जन नानक, जेहा तू कराहे तेहा करी बख्यान। सतनाम श्री वाहिगुरु साहिब जीओ। मलार महला पंजवा। बिछड़त क्यों जीवे ओए जीवन, चितै उल्लास आस मिलबे की। चरण कमल रस पीवन, बिछड़त क्यों जीवे ओए जीवन, चितै उल्लास आस मिलबे की। चरण कमल रस पीवन, रहाऊ जिनको प्यास तुम्हारी प्रीतम, तिनका अंतर नाही। जिनको बिसरै मेरो राम प्यारा, से मुए मर जाही। मन तन रव रहया जगदीश्वर, पेखत सदा हजूरे। नानक रव रहियो सब अंतर, सरब रहया पर पूरे। मन तन रव रहया जगदीश्वर, पेखत सदा हजूरे। नानक रव रहियो सब अंतर, सरब रहया भरपूरे। वाहिगुरु जी का खालसा, वाहिगुरु जी की फतेह। जुगो जुगे अटल, चबर शतर तख्त के मालक, निमाणियों के मान गुरु, निताणियों के तान गुरु, गुरु गरीब निवाज,
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸੁਭਾਈਮਾਨ ਹੋਏ ਬੈਠੀ ਸਜੇ ਹੋਏ ਅੰਮ੍ਰਿਤ ਵੇਲੇ ਦੇ ਪਾਵਨ ਔਰ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਭਾਗਾਂ ਵਾਲਿਆਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਔਰ ਰਹਿਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਆਪ ਸਭ ਸੰਗਤਾਂ ਨੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਰੱਬੀ ਬਾਣੀ ਦੇ ਇਲਾਹੀ ਬਾਣੀ ਦੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਇਹ ਉਪਦੇਸ਼ ਹੈ ਕਿ ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਆਉਂਦਾ ਹੈ, ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਤੇ ਸੰਗਤ ਵਿੱਚ ਆ ਕਰਕੇ ਉਹ ਜਦੋਂ ਮਨ ਕਰਕੇ ਤੁਰਕੀ ਬਾਣੀ ਦੇ ਨਾਲ ਗੁਰੂ ਕਾ ਸਿੱਖ ਗੁਰੂ ਕਾ ਪਿਆਰਾ ਸਾਂਝ ਪਾਉਂਦਾ ਤੇ ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਗੁਰੂ ਉਹਨੂੰ ਆਤਮਿਕ ਬਲ ਬਖਸ਼ਦੇ ਆ। ਸਤਿਗੁਰੂ ਕਿਰਪਾ ਦੇ ਘਰ ਦੇ ਵਿੱਚ ਆ ਕੇ ਉਹਨੂੰ ਰੂਹਾਨੀਅਤ ਬਖਸ਼ਦੇ ਆ। ਸਤਿਗੁਰੂ ਦੇ ਕੋਲੋਂ ਉਹ ਨਾਮ ਦੀ ਦਾਤ ਪ੍ਰਾਪਤ ਕਰਕੇ ਇਸ ਸੰਸਾਰ ਰੂਪੀ ਸਮੁੰਦਰ ਦੇ ਵਿਕਾਰਾਂ ਦੇ ਦਲਦਲ ਦੇ ਵਿੱਚੋਂ ਡੁੱਬਣ ਤੋਂ ਉਹ ਬਚ ਜਾਂਦਾ। ਸਤਿਗੁਰੂ ਜੀ ਨੇ ਬਚਨ ਕਹੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤਰਨ ਦਾ ਮਤਲਬ ਇਹ ਆ ਵੀ ਉਹਨੂੰ ਜੀਵਨ ਦੀ ਜੁਗਤੀ ਮਿਲ ਜਾਂਦੀ ਹੈ, ਉਹਨੂੰ ਜੀਵਨ ਜਿਉਣਾ ਆ ਜਾਂਦਾ। ਗੁਰੂ ਦੀ ਕਿਰਪਾ ਦੇ ਨਾਲ ਉਹਦੇ ਜੀਵਨ ਦੇ ਵਿੱਚ ਸ਼ੁਭ ਗੁਣ ਆ ਜਾਂਦੇ। ਇਸੇ ਲਈ ਸਤਿਗੁਰੂ ਜੀ ਨੇ ਵਾਰ-ਵਾਰ ਇਹ ਗੁਰਬਾਣੀ ਦੇ ਵਿੱਚ ਬਚਨ ਕਹੇ। ਮਾਲਕ ਜੀ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਆ ਕੇ ਨਾਮ ਜਪੀਏ, ਕਿਉਂਕਿ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਜਾਂਦੇ ਆ ਨਾ ਤੇ ਜੇ ਗੁਰੂ ਤਰੁੱਟ ਪੈਣ ਤੇ ਮਾਲਕ ਜੀ ਕਹਿਣ ਲੱਗੇ ਹਿਰਦੇ ਦੇ ਵਿੱਚੋਂ ਫਿਰ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਪ੍ਰਗਟ ਹੁੰਦਾ। ਆਪਾਂ ਸਾਰੇ ਵੀ ਗੁਰੂ ਦੇ ਚਰਨਾਂ ਦੇ ਵਿੱਚ ਆਏ ਆ, ਜਿੱਥੇ ਆਪਾਂ ਸਤਿਗੁਰੂ ਦੀ ਬਾਣੀ ਨੂੰ ਕੀਰਤਨ ਦੇ ਰੂਪ ਦੇ ਵਿੱਚ ਸੁਣਿਆ ਹੈ, ਉੱਥੇ ਆਪਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਇਸ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਵੀ ਵਸਾਉਣਾ ਹੈ। ਜਿਸ ਸ਼ਬਦ ਦਾ ਪਾਠ ਦਾਸਰੇ ਦੇ ਕੋਲੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹਨਾਂ ਪਾਵਨ ਔਰ ਪਵਿੱਤਰ ਗੁਰੂ ਦੇ ਬਚਨਾਂ ਨੂੰ ਆਪਾਂ ਸਾਰਿਆਂ ਨੇ ਵਿਚਾਰਨਾ ਹੈ, ਸਮਝਣਾ ਹੈ ਔਰ ਕੋਸ਼ਿਸ਼ ਕਰਨੀ ਹੈ ਵੀ ਇਹ ਗੁਰੂ ਦੇ ਬਚਨ, ਗੁਰੂ ਦਾ ਸ਼ਬਦ ਸਾਡੇ ਜੀਵਨ ਦੇ ਵਿੱਚ ਆ ਜੇ। ਅੱਜ ਦੇ ਇਹਨਾਂ ਪਵਿੱਤਰ ਗੁਰੂ ਦੇ ਬਚਨਾਂ ਦੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਸੁਰਤੀਆਂ ਔਰ ਬਿਰਤੀਆਂ ਨੂੰ ਇਕਾਗਰ ਕਰੋ। ਮਾਲਕ ਤੋਂ ਆਗਿਆ ਲਈਏ ਤੇ ਸਾਰੇ ਰਲ ਕਰਕੇ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਿਰਪਾ ਕਰੋ ਸਾਰੇ ਰਲ ਕਰਕੇ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਅੱਜ ਦਾ ਇਹ ਪਾਵਨ ਔਰ ਪਵਿੱਤਰ ਵਿਚਾਰ ਅਧੀਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1268 ਔਰ 1269 ਦੇ ਉੱਪਰ ਸਬਾਹਿਮਾਨਿਆ। ਇਹ ਪਵਿੱਤਰ ਬਚਨ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਰਾਗ ਮਲਾਰ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਤੇ ਸਤਿਗੁਰੂ ਜੀ ਨੇ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਵਿੱਚ ਪਹਿਲਾ ਪਦਾ ਰਹਾਉ ਵਾਲਾ ਪਦਾ ਲਿਖਿਆ ਅੰਕਿਤ ਕੀਤਾ ਹੈ ਤੇ ਸਤਿਗੁਰੂ ਜੀ ਨੇ ਇੱਕ ਜਗਿਆਸੂ ਦੀ, ਇੱਕ ਨਾਮ ਜਪਣ ਵਾਲੀ ਰੂਹ ਦੀ ਗੱਲ ਕੀਤੀ ਹੈ। ਮਲਕ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਨਾ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਦੇ ਵਿਛੋੜੇ ਦਾ ਦੁੱਖ ਪੈਦਾ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਵੈਰਾਗ ਪੈਦਾ ਹੋ ਗਿਆ, ਜਾਂ ਸੌਖੇ ਸ਼ਬਦਾਂ 'ਚ ਇਹ ਕਹਿ ਲਓ ਵੀ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਜੀਵਨ ਪ੍ਰਮਾਤਮਾ ਅਕਾਲ ਪੁਰਖ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ, ਤੇ ਜਦੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਨਾ ਵੀ ਇਹ ਜੀਵਨ ਪ੍ਰਮਾਤਮਾ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ ਤੇ ਅਸੀਂ ਪ੍ਰਮਾਤਮਾ ਤੋਂ ਵਿਛੜੇ ਹੋਏ ਆ ਤੇ ਪ੍ਰਮਾਤਮਾ ਅਕਾਲ ਪੁਰਖ ਦੀ ਅਭੇਦਤਾ ਨੂੰ ਅਸੀਂ ਪ੍ਰਾਪਤ ਕਰਨਾ ਹੈ, ਰੱਬ ਦੇ ਵਿੱਚ ਅਭੇਦ ਹੋਣਾ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਦੀ ਜੋ ਉਹ ਅਵਸਥਾ ਆ, ਫਿਰ ਜਿਸ ਅਵਸਥਾ ਦੇ ਵਿੱਚ ਉਹ ਜਿਉਂਦੇ ਆ, ਜਿਸ ਅਵਸਥਾ ਦੇ ਵਿੱਚ ਉਹ ਜੀਵਨ ਬਤੀਤ ਕਰਦੇ ਆ, ਜਾਂ ਜਿਹੜੀ ਉਹਨਾਂ ਦੇ ਅੰਦਰ ਤਾਂਘ ਪੈਦਾ ਹੁੰਦੀ ਆ, ਜਾਂ ਜਿਹੜਾ ਉਹਨਾਂ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਨੂੰ ਮਿਲਣ ਦਾ ਚਾਹ ਪੈਦਾ ਹੁੰਦਾ, ਸਤਿਗੁਰੂ ਜੀ ਨੇ ਉਹ ਗੱਲ ਕੀਤੀ ਅੱਜ ਦੇ ਸ਼ਬਦ ਦੇ ਵਿੱਚ। ਮਾਲਕ ਨੇ ਬਚਨ ਕਹੇ, ਸਤਿਗੁਰੂ ਜੀ ਕਹਿੰਦੇ ਵਿਛੜਤ ਕਿਉਂ ਜੀਵੇ ਓਏ ਜੀਵਨ। ਕਹਿੰਦੇ ਜਿਹਨੂੰ ਪਤਾ ਲੱਗ ਗਿਆ ਨਾ ਵੀ ਮੈਂ ਰੱਬ ਦੇ ਨਾਲੋਂ ਵਿਛੜਿਆ ਹੋਇਆ ਵਾਂ, ਸਤਿਗੁਰੂ ਜੀ ਕਹਿਣ ਲੱਗੇ, ਮਾਲਕ ਜੀ ਕਹਿਣ ਲੱਗੇ ਵੀ ਉਹਨੂੰ ਉਹ ਕਿਵੇਂ ਜਿਉਂਦਾ ਵਿਛੋੜੇ ਦੀ ਦੁੱਖ ਦੇ, ਵਿਛੋੜੇ ਦੇ ਤਾਂਘ ਦੇ ਵਿੱਚ। ਵਿਛੜਤ ਕਿਉਂ ਜੀਵੇ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਜੇ ਆਖਣੇ ਆ, ਜੇ ਤੁਹਾਡੀ ਯਾਦ ਦੇ ਵਿੱਚ ਜੁੜੇ ਰਹਿੰਦੇ ਆ ਤੇ ਮਾਲਕ ਜੀ ਕਹਿਣ ਲੱਗੇ ਜਿਉਂਦੇ ਆ, ਜੀਵਨ ਆ। ਤੇ ਜਿਸ ਵੇਲੇ ਪਰਮਾਤਮਾ ਵਿਸਰ ਜਾਂਦਾ, ਜਿਸ ਵੇਲੇ ਪਰਮਾਤਮਾ ਅਕਾਲ ਪੁਰਖ ਦੀ ਯਾਦ ਭੁੱਲ ਜਾਂਦੀ ਆ, ਰੱਬ ਨਾਲੋਂ ਟੁੱਟ ਜਾਈਦਾ, ਰੱਬ ਨਾਲੋਂ ਦੂਰੀ ਬਣ ਜਾਂਦੀ ਆ, ਸਤਿਗੁਰੂ ਜੀ ਕਹਿੰਦੇ ਆਤਮਿਕ ਮੌਤੇ ਮਰਦੇ ਆ। ਹੁਣ ਇੱਥੇ ਸਤਿਗੁਰੂ ਜੀ ਨੇ ਇਹੀ ਗੱਲ ਕਹੀ, ਮਾਲਕ ਜੀ ਕਹਿਣ ਲੱਗੇ ਉਹ ਕਾਹਦਾ ਜੀਵਨ ਆ ਜਿਸ ਜੀਵਨ ਦੇ ਵਿੱਚ ਪਰਮਾਤਮਾ ਦੀ ਯਾਦ ਹੀ ਨਹੀਂ। ਉਹ ਜੀਵਨ ਕਾਹਦਾ ਜੀਵਨ ਹੈ ਜਿਸ ਜੀਵਨ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਨੂੰ ਮਿਲਣ ਦਾ ਚਾਹ ਹੀ ਨਹੀਂ। ਉਹ ਕਾਹਦਾ ਜੀਵਨ ਹੈ ਜਿਸ ਜੀਵਨ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦੇ ਦਰਸ਼ਨਾਂ ਦੀ ਭੁੱਖ ਨਹੀਂ। ਗੁਰਬਾਣੀ ਦੇ ਵਿੱਚ ਬੇਅੰਤ ਸ਼ਬਦ ਸਤਿਗੁਰੂ ਜੀ ਨੇ ਇਸ ਅਵਸਥਾ ਦੇ ਪ੍ਰਥਾਏ ਲਿਖੇ। ਮਾਲਕ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਵਿਛੋੜੇ ਦੀ ਤਾਂਘ ਪੈਦਾ ਹੋ ਜਾਂਦੀ ਨਾ, ਉਹ ਤੇ ਦਿਨੇ ਰਾਤ ਅਰਦਾਸਾਂ ਬਿਨਤੀਆਂ ਜੋਦਰੀਆਂ ਕਰਦੇ ਆ, ਕਹਿੰਦੇ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ। ਕਹਿੰਦੇ ਰੱਬ ਜੀ ਮਿਲ, ਤੁਹਾਡੇ ਤੋਂ ਬਿਨਾ ਮਾਲਕ ਜੀ ਅਸੀਂ ਨਿਮਾਣੇ ਆ, ਤੁਹਾਡੇ ਤੋਂ ਬਿਨਾ ਅਸੀਂ ਨਿਤਾਣੇ ਆ। ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ, ਉਹ ਕਹਿੰਦੇ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅੰਨ ਨਾ ਪਾਣੀ। ਕਹਿੰਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ, ਉਹਨਾਂ ਨੂੰ ਕੁਝ ਖਾਣਾ, ਉਹਨਾਂ ਨੂੰ ਕੁਝ ਪੀਣਾ ਚੰਗਾ ਨਹੀਂ ਲੱਗਦਾ। ਕਿਉਂ? ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਦੇ ਦਰਸ਼ਨਾਂ ਦੀ ਭੁੱਖ ਹੈ। ਭਾਵੈ ਅੰਨ ਨਾ ਪਾਣੀ, ਕਹਿੰਦੇ ਪਾਣੀ ਅੰਨ ਨਾ ਭਾਵੈ ਮਰੀਏ, ਹਾਵੇ ਬਿਨ ਪਿਰ ਕਿਉਂ ਸੁਖ ਪਾਈਏ। ਕਹਿੰਦੇ ਕਿ ਰੱਬ ਦੇ ਦਰਸ਼ਨਾਂ ਤੋਂ ਬਿਨਾ, ਪ੍ਰਮਾਤਮਾ ਦੀ ਯਾਦ ਤੋਂ ਬਿਨਾ ਸੁਖ ਕਾਹਦਾ ਹੈ। ਇਸ ਲਈ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਹੈ। ਮਾਲਕ ਜੀ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਤਾਂਘ ਪੈਦਾ ਹੋ ਗਈ ਨਾ, ਜਿਹਨੂੰ ਪਤਾ ਲੱਗ ਗਿਆ ਵੀ ਮੈਂ ਰੱਬ ਦੇ ਨਾਲੋਂ ਵਿਛੜਿਆ। ਵੇਖੋ ਆਪਾਂ 12 ਮਾਹ ਦੀ ਬਾਣੀ ਪੜ੍ਹਦੇ ਹਾਂ ਤੇ 12 ਮਾਹ ਦੀ ਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਜਿਹੜਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਰਾਗ ਮਾਝ ਦੇ ਵਿੱਚ ਅੰਕਿਤ ਕੀਤਾ ਹੈ। ਉਹਦੇ ਵਿੱਚ ਇਹੀ ਗੱਲ ਕੀਤੀ। ਸਤਿਗੁਰੂ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ, ਅਸੀਂ ਪ੍ਰਮਾਤਮਾ ਦੇ ਨਾਲੋਂ ਵਿਛੜੇ ਹੋਏ ਹਾਂ। ਪਹਿਲੀ ਗੱਲ ਤੇ ਸਾਨੂੰ ਇਹ ਸਮਝ ਆਉਣੀ ਬੜੀ ਜ਼ਰੂਰੀ ਹੈ ਵੀ ਅਸੀਂ ਰੱਬ ਦੇ ਨਾਲੋਂ ਵਿਛੜੇ ਹਾਂ। ਜਿਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ ਵੀ ਮੈਂ ਰੱਬ ਦੇ ਨਾਲੋਂ ਵਿਛੜਿਆ ਤੇ ਮੈਂ ਇਹ ਜੀਵਨ ਜਿਹੜਾ ਆ ਉਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ, ਫਿਰ ਉਹ ਦਿਨੇ ਰਾਤ ਇਸੇ ਸੋਚ ਦੇ ਵਿੱਚ ਲੱਗਾ ਰਹਿੰਦਾ। ਉਸ ਹਰ ਵੇਲੇ ਉਹਦੇ ਮਨ ਦੇ ਵਿੱਚ ਇਹੀ ਵਿਚਾਰ ਚੱਲਦੀ ਹੈ ਵੀ ਰੱਬ ਨੂੰ ਮਿਲਿਆ ਕਿਵੇਂ ਜਾਵੇ, ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਮੈਂ ਰੱਬ ਦੇ ਨਾਲੋਂ ਵਿਛੜਿਆ। ਸਾਡੇ ਵਿੱਚੋਂ ਬਹੁਤਾਤ ਗਿਣਤੀ ਐਸੀ ਹੈ ਜਿਨ੍ਹਾਂ ਨੂੰ ਅਜੇ ਤੱਕ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਮੈਂ ਰੱਬ ਦੇ ਨਾਲੋਂ ਵਿਛੜਿਆ, ਅਸੀਂ ਰੱਬ ਦੇ ਨਾਲੋਂ ਵਿਛੜੇ ਹੋਏ ਹਾਂ। ਕਿਉਂਕਿ ਇਸ ਗੱਲ ਦਾ ਵੀ ਪਤਾ ਲੱਗਣਾ ਜ਼ਰੂਰੀ ਹੈ ਨਾ ਕਿ ਇਹ ਜੀਵਨ ਹੈ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ, ਇਹਨੂੰ ਸਫਲਾ ਕਰਨਾ, ਇਹਨੂੰ ਗਵਾਉਣਾ ਨਹੀਂ। ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉਹ ਅਰਦਾਸਾਂ ਕਰਦੇ ਮਾਲਕ ਜੀ ਕਿਰਪਾ ਕਰਕੇ ਸਾਨੂੰ ਮੇਲ ਲਿਓ, ਆਪਣੇ ਵਿੱਚ ਭੇਦ ਕਰ ਲਓ। ਕਰ ਕਿਰਪਾ ਮੇਲੋ ਰਾਮ, ਕਹਿੰਦੇ ਚਾਰ ਕੁੰਠ ਅਸੀਂ ਚਾਰਾਂ ਕੋਨਿਆਂ ਦੇ ਵਿੱਚ ਘੁੰਮ ਕੇ ਵੇਖ ਲਿਆ, ਬੜੇ ਤਰ੍ਹਾਂ ਦੇ ਯਤਨ ਕੀਤੇ, ਬੜੇ ਤਰ੍ਹਾਂ ਦੇ ਉਪਾਅ ਕੀਤੇ, ਸਭ ਕੁਝ ਕਰਕੇ ਵੇਖ ਲਿਆ, ਪਰ ਮਾਲਕ ਜੀ ਕਿਤੇ ਵੀ ਸ਼ਾਂਤੀ ਨਹੀਂ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕਹਿੰਦਾ, ਜੀ ਕੀ ਏਕੈ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿਲ ਨਹੀਂ ਕੀਮਤ ਜਾਨੀ। ਹੋਰਾਂ ਜਿੰਨੇ ਮਰਜੀ ਉਪਾਅ ਕਰ ਲਈਏ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗ ਸਾਦੇ ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਐ ਮਿਲਾਪ ਨਹੀਂ ਹੋਣਾ, ਬੜੇ ਕਰਮ ਕਰਕੇ ਦੇਖ ਲਏ। ਬਿਨਤੀ ਹੈ ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ ਰਹਾਓ। ਕਿਹੜੇ ਕਿਹੜੇ ਕਰਮ ਕੀਤੇ, ਮੋਨ ਭਇਓ ਕਰਪਾਤੀ ਰਿਓ। ਪਰ ਚੇਤੇ ਰੱਖਿਓ ਇਹ ਕਰਮ ਉਹੀ ਕਰੇਗਾ ਜਿਹਦੇ ਅੰਦਰ ਪ੍ਰਮਾਤਮਾ ਨੂੰ ਮਿਲਣ ਦਾ ਚਾਹ ਆ, ਜਿਹਦੇ ਅੰਦਰ ਭੁੱਖ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋਗੀਆਂ ਦੇ ਵੱਲ ਵੇਖਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਮੰਜ਼ਲ ਤੁਹਾਡੀ ਠੀਕ ਹੈ, ਜਿਸ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਹੋ, ਪਰ ਮਾਲਕ ਜੀ ਕਹਿੰਦੇ ਰਸਤਾ ਤੁਸੀਂ ਗਲਤ ਚੂਜ਼ ਕਰ ਲਿਆ। ਤਾਂਗ ਤੁਹਾਡੇ ਅੰਦਰ ਰੱਬ ਨੂੰ ਮਿਲਣ ਦੀ ਆ ਵੀ ਰੱਬ ਦਾ ਮਿਲਾਪ ਹੋ ਜਾਏ, ਪਰ ਸਤਿਗੁਰੂ ਜੀ ਕਹਿੰਦੇ ਐ ਤਾਂ ਨਹੀਂ ਮਿਲਿਆ ਜਾਣਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਏ, ਜੋਗ ਨਾ ਮੁੰਦੀ ਮੂੰਡ ਮੁੰਡਾਇਆ, ਜੋਗ ਨਾ ਸਿੰਘੀ ਵਾਈਏ। ਮਾਲਕ ਜੀ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਏ। ਮਾਲਕ ਨੇ ਜੋਗੀਆਂ ਨੂੰ ਵੀ ਸਮਝਾਇਆ, ਜੇ ਰੱਬ ਨੂੰ ਮਿਲਣਾ ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗ ਤੇ ਪਾਈਏ। ਰੱਬ ਦਾ ਮਿਲਾਪ ਇਸ ਤਰੀਕੇ ਨਾਲ ਪ੍ਰਾਪਤ ਹੋਏਗਾ। ਹੁਣ ਸਤਿਗੁਰੂ ਜੀ ਨੇ ਕਿੰਨੀ ਪਿਆਰੀ ਗੱਲ ਕਹੀ। ਮਾਲਕ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਰਨ। ਰੱਬ ਜੀ ਤੁਹਾਡੀ ਸ਼ਰਨ ਦੇ ਵਿੱਚ ਆਏ ਆ, ਕਿਉਂਕਿ ਸਾਨੂੰ ਹੁਣ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ ਤੁਹਾਡੇ ਮਿਲਾਪ ਤੋਂ ਬਿਨਾ ਜੀਵਨ ਦੇ ਵਿੱਚ ਸੁੱਖ ਨਹੀਂ। ਸਾਨੂੰ ਪਤਾ ਲੱਗ ਗਿਆ ਧੇਨ ਦੁੱਧੈ ਤੇ ਬਾਹਰੀ। ਮਾਲਕ ਨੇ ਕਿਹਾ ਕਿਤੇ ਨਾ ਆਵੇ ਕਾਮ। ਕਹਿੰਦੇ ਜਿਵੇਂ ਗਾਂ ਦੁੱਧ ਦਿੰਦੀ ਹੈ ਤੇ ਮਾਲਕ ਉਹਦੀ ਸੇਵਾ ਕਰਦਾ, ਉਹਨੂੰ ਪੱਠੇ ਪਾਉਂਦਾ, ਤੇ ਜੇ ਦੁੱਧ ਨਹੀਂ ਦਿੰਦੀ ਤੇ ਗਲ ਦੇ ਵਿੱਚੋਂ ਰੱਸਾ ਲਾ ਦਿੰਦਾ ਅਗਲਾ, ਜਾ ਵੀ ਜਿੱਥੇ ਮਰਜੀ। ਉਹਨੂੰ ਘਰੇ ਬੰਨ ਕੇ ਕੋਈ ਤਿਆਰ ਨਹੀਂ, ਕਿੱਲੇ ਤੇ ਬੰਨ ਕੇ, ਖੁਰਲੀ ਤੇ ਬੰਨ ਕੇ ਕੋਈ ਤਿਆਰ ਨਹੀਂ, ਉਹਨੂੰ ਕੋਈ ਪੱਠੇ ਪਾ ਕੇ ਤਿਆਰ ਨਹੀਂ। ਕਿਉਂ? ਕਿਉਂਕਿ ਉਹਦਾ ਕੋਈ ਕੰਮ ਨਹੀਂ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਜੇ ਇਹ ਸਰੀਰ ਪ੍ਰਾਪਤ ਹੋਇਆ, ਜੇ ਇਸ ਸਰੀਰ ਦੇ ਵਿੱਚ ਸੇਵਾ ਹੈ, ਸਿਮਰਨ ਹੈ, ਬੰਦਗੀ ਹੈ, ਤੇ ਇਹ ਸਰੀਰ ਕੰਮ ਦਾ ਹੈ। ਤੇ ਜੇ ਸਰੀਰ ਦੇ ਵਿੱਚ ਸੇਵਾ ਸਿਮਰਨ ਨਹੀਂ, ਮਾਲਕ ਜੀ ਕਹਿਣ ਲੱਗੇ ਫਿਰ ਇਹ ਸਰੀਰ ਕਾਹਦਾ। ਭਗਤ ਕਬੀਰ ਸਾਹਿਬ ਨੇ ਕਿਹਾ ਨਾ, ਕਹਿੰਦੇ ਜੇ ਇਨਸਾਨੀਅਤ ਜਿਉਂਦੀ ਆ, ਇਨਸਾਨੀਅਤ, ਤੇ ਮਾਲਕ ਜੀ ਕਹਿਣ ਲੱਗੇ ਫੇਰ ਤੇ ਬੰਦਾ ਇਸ ਸਰੀਰ ਦੇ ਨਾਲ, ਜੇ ਇਨਸਾਨੀਅਤ ਜਿਉਂਦੀ ਹੈ ਤੇ ਬੰਦਾ ਇਸ ਸਰੀਰ ਨਾਲ ਭਲਾਈ ਵਾਲੇ ਕੰਮ, ਹਜ਼ਾਰਾਂ ਕੰਮ ਕਰਦਾ। ਤੇ ਜੇ ਇਨਸਾਨੀਅਤ ਮਰ ਗਈ, ਇਹਦੇ ਅੰਦਰ ਪਸ਼ੂਪੁਣਾ ਆ ਗਿਆ, ਮਾਲਕ ਜੀ ਕਹਿਣ ਲੱਗੇ ਫੇਰ ਇਸ ਸਰੀਰ ਦੇ ਨਾਲੇ ਬੇਈਮਾਨੀਆਂ ਕਰਦਾ, ਮਾੜੇ ਕੰਮ ਕਰਦਾ। ਨਰੂ ਮਰੈ, ਜਦੋਂ ਨਰੂ ਮਰ ਗਿਆ ਨਾ ਅੰਦਰੋਂ, ਇਨਸਾਨੀਅਤ ਖਤਮ ਹੋ ਗਈ,
उदन की है नर काम ना आवे, फिर नहीं किसी काम का। पशु मरै जिदन पशु पुणा मर गया, 10 काज सवारै उदने शरीर दे नाल कारज सवरनगे। सतगुरु जी ने समझाया, मालिक जी कहन लगे भी ये शरीर प्राप्त होया नाम जपण वास्ते, सेवा वास्ते, सिमरन वास्ते। मालिक जी कहते जे सेवा ते सिमरन जीवन दे विच है ते फिर ते शरीर दा मुੱਲ है, फिर ते शरीर काम दा है, फिर ते शरीर नाल असीं मेहनत कीती। भगत कबीर साहब ने बाणी दे विच कहा ना, कहंदे राम सिमर पछताएगा मन, ए बंदिया परमात्मा दा नाम जप, नहीं ते पछताउणा पैना ही। कहंदे पापी जीरा लोभ करत है, आज काल उठ जाएगा, लालच लागे जन्म गवाया, माया भरम भुलाहेगा, धन जो बन का गर्भ न कीजा, कागद ज्यों गल जाहेगा, जो जम आए केस गए पटकै, ता दिन किशना विसाहेगा, सिमरन भजन दया नी कीनी तो मुख चोटां खाएगा, धर्मराए जब लेखा मंगे। दस जिदन रब ने लेखा मंगया, शरीर प्राप्त होया सी, जिंदगी मिली सी, श्वास मिले सन, धर्मराए जब लेखा मांगे, क्या मुख लैके जाएंगे? दस की मुंह लैके जाएंगा रब दे कोल, की मुंह विखाएगा? ताई गुरु साहब ने कहा, तेन दुधै ते बाहरी कितै ना आवे काम। कहते जल बिन शाख कुमलावती, जिवें पानी तो बिना बनस्पति कुमला जाती आ, खेती कुमला जाती आ, उपजै नाही दाम, हर नाह ना मिलीए साजना, कत पाईए विश्राम। रब नूं ही नहीं मिले, परमात्मा की बंदगी ही नहीं, मालिक जी कहन लगे फिर टिका किथे आ। इसलिए ना सतगुरु जी ने बड़ा प्यारा बचन कहा, मालिक जी कहन लगे हुण हुण रब नूं मिलन दी जिहदे हिरदे दे विच तांग पैदा हो गई, वो की करदा, ਉਹਦਾ जीवन किवें दा बन जांदा। मालिक जी कहन लगे वो सवेरे शाम कहंदा प्रभ मिलबे को प्रीत मन लागी, रब दे मिलाप दी हुण अंदर तांग पैदा हो गई, प्रीत बन गई आ। आपां सवेरे अमृत वेले नितनेम जदों करदे आ ते आनंद साहिब जी दी बाणी पढ़दे आ, ते आनंद साहिब जी दी बाणी दे विच ना 6वीं पौड़ी दे विच सतगुरु गुरु अमरदास जी ने बचन कहे, मालिक जी कहन लगे जिन्ना चिर इस शरीर दे विच, इस देही दे विच परमात्मा अकाल पुरख दे नाल लिव नहीं ना पैदा होंदी, जुड़दी नहीं, जब परमात्मा नूं मिलन दी तांग पैदा नहीं होंदी। सतगुरु जी कहन लगे ये देही, ये शरीर निमाणा आ, ये शरीर नताणा आ। मालिक ने वचन कहे, साची लिवै बिन, साची लिवै बिन, लिव लगा नहीं बनता, जिन्ना चिर चाह नहीं बनता, जिन्ना चिर तांग नहीं पैदा होंदी, जिन्ना चिर सुरती रब दे नाल नहीं जुड़दी। कहंदे साची लिवै बिन दे निमाणी, ये निमाणी है देही विचारी, क्योंकि अंदर सच्ची परमात्मा की लिव जुड़ी नहीं, अंदर सच नहीं आया। मालिक जी कहंदे दे निमाणी लिवै बाजों क्या करे विचारी, इते विचारी है, रब दे नाम तो बिना निताणी है, निमाणी है। कहंदे तुदबाज समरथ कोई नहीं, मालिक जी तुहाडे तो बिना इस शरीर दा भला करन वाला कोई भी नहीं, कृपा कर बनवारिया। फिर क्या कहंदे जिथे मर्जी भज लए ये देही, ये शरीर, ये बंदा, ये इंसान, मनुख जिथे मर्जी भज लए, मालिक जी कहंदे इस नो होर थां नहीं। वेखो गुरु ग्रंथ साहिब दी बाणियां पर रोज पढ़दे आ, कहंदे ये शरीर सफला तां ही हो सकदा जे रब दे नाम दे नाल जुड़े। जे आपां कहीए ना भी इस शरीर दे नाल असीं करोड़ां रुपया कमा लिया, इस शरीर दे नाल बड़ा वड्डा बिजनस खड़ा कर लिया, ते चित रखिया जे ना तेरा करोड़ रुपया नाल जाना ते ना तेरा बिजनस नाल जाना, नाल जाना है जय मात पिता सुत मीत ना भाई मन, ऊहा नाम तेरे संग सई, नाल जाना है। ताई गुरु साहब ने कहा कोई जाने कवन इहा जग मीत, किसी विरले नूं ही समझ पैंदी है ना भी किने मेरे नाल जाना। इस करके सतगुरु जी ने कहा, मालिक जी कहते कि इस नो होर थां नहीं, होर कोई भी जगह नहीं जिथे जाके इस शरीर का मुल पै जाए, इस शरीर सफला हो जाए। सफला हो सकता है
ਸ਼ਬਦ ਲਾਗ ਸਵਾਰੀਆ, ਜੇ ਗੁਰੂ ਦੇ ਸ਼ਬਦ ਨਾਲ ਜੁੜ ਜੇ। ਤੇ ਜਿਹੜੇ ਸ਼ਬਦ ਨਾਲ ਜਿਹੜੀਆਂ ਰੂਹਾਂ ਜੁੜ ਗਈਆਂ ਨਾ, ਮਾਲਕ ਜੀ ਕਹਿਣ ਲੱਗੇ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਉਹ ਦਿਨੇ ਰਾਤ ਹਰ ਵੇਲੇ ਅਰਦਾਸਾਂ ਕਰਦੀਆਂ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਕਹਿੰਦੇ ਪਾਏ ਲੱਗੋ ਮੋਹੇ ਕਰੋ ਬੇਨਤੀ। ਕਹਿੰਦੇ ਮੈਂ ਉਹਦੇ ਚਰਨ ਫੜ ਲਾਂ, ਉਹਦੇ ਚਰਨਾਂ 'ਚ ਬੇਨਤੀ ਕਰਾਂ, ਕੋਈ ਸੰਤ ਮਿਲੇ ਵੱਡ ਭਾਗੀ, ਕੋਈ ਰੱਬ ਦਾ ਪਿਆਰਾ ਮਿਲੇ। ਕਿਉਂਕਿ ਸਮਝ ਲੱਗ ਗਈ ਨਾ ਹੁਣ ਕਿ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਸਰੀਰ ਕੁਛ ਵੀ ਨਹੀਂ। ਸਤਿਗੁਰੂ ਜੀ ਨੇ ਕਿਹਾ, ਕਹਿੰਦੇ ਮਨ ਅਰਪੋ ਧਨ ਰਾਖੋ ਆਗੇ, ਮਨ ਕੀ ਮਤ ਮੋਹਿ ਸਗਲ ਤਿਆਗੀ। ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਣਦਿਨ ਫਿਰੋ ਤਿਸ ਪਿਛੈ ਹੈਰਾਗੀ। ਫਿਰ ਦੱਸੇ ਤਾਂ ਸੀ ਰੱਬ ਦੀ ਗੱਲ ਤੇ ਸੁਣਾਵੇ। ਕਹਿੰਦੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ, ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ। ਇਹ ਜਿਹੜੀ ਸੁਰਤੀ, ਜਿਹੜੀ ਬਿਰਤੀ ਜਨਮਾਂ ਜਨਮਾਂਤਰਾਂ ਦੀ ਸੁੱਤੀ ਪਈ ਸੀ ਨਾ, ਕਹਿੰਦੇ ਜਦੋਂ ਗੁਰੂ ਮਿਲ ਪਿਆ ਤੇ ਇਸ ਸੁੱਤੀ ਹੋਈ ਸੋਚ ਨੂੰ, ਸੁੱਤੀ ਹੋਈ ਮਤ ਨੂੰ ਗੁਰੂ ਨੇ ਜਗਾ ਦਿੱਤਾ। ਹੁਣ ਇੱਥੇ ਅੱਜ ਦੇ ਸ਼ਬਦ ਵਿੱਚ ਬੜੀ ਪਿਆਰੀ ਗੱਲ ਕਹੀ। ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਭੁਲਾ ਕੇ ਜਿਹੜੇ ਬੈਠੇ ਆ, ਮਾਲਕ ਜੀ ਕਹਿਣ ਲੱਗੇ ਜਿਹੜੇ ਜੀਵਨ ਦੇ ਵਿੱਚ, ਜਿਹੜੀ ਜ਼ਿੰਦਗੀ ਦੇ ਵਿੱਚ ਰੱਬ ਦੀ ਯਾਦ ਨਹੀਂ, ਮਾਲਕ ਜੀ ਕਹਿਣ ਲੱਗੇ ਉਹ ਜੀਵਨ ਹੀ ਕਾਹਦਾ, ਉਹ ਜੀਵਨ ਵਿਅਰਥ ਹੈ। ਕਿਉਂਕਿ ਹਰ ਬਿਸਰਤ ਸਦਾ ਖੁਆਰੀ। ਇਹ ਤੇ ਗੁਰੂ ਸਾਹਿਬ ਦੀ ਬਾਣੀ ਦਾ ਬਚਨ ਆਪਾਂ ਬੇਅੰਤ ਵਾਰ ਸੁਣਿਆ। ਕਹਿੰਦੇ ਜਿਹੜੇ ਹਿਰਦੇ ਦੇ ਵਿੱਚੋਂ ਰੱਬ ਵਿਸਰ ਗਿਆ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ, ਉਹਨਾਂ ਦੇ ਪੱਲੇ ਕੀ ਹੈ? ਮਾਲਕ ਜੀ ਕਹਿਣ ਲੱਗੇ ਖੁਆਰੀ। ਸਤਿਗੁਰੂ ਜੀ ਨੇ ਕਿਹਾ ਜੀਓ ਤਪਤ ਹੈ ਬਾਰੋ ਬਾਰ। ਰੱਬ ਨੂੰ ਵਿਸਾਰ ਕੇ ਜਿਹੜੇ ਬੈਠੇ, ਵਿਚਰਤ ਕਿਉਂ ਜੀਵੇ ਉਹ ਜੀਵਨ। ਗੁਰਬਾਣੀ ਬੇਅੰਤ ਉਦਾਹਰਣ ਗੁਰਬਾਣੀ ਦੇ ਵਿੱਚ। ਮਾਲਕ ਜੀ ਕਹਿੰਦੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਜਿਹੜੇ ਤਨ ਦੇ ਵਿੱਚੋਂ ਗਿਆਨ ਵਿਸਰ ਗਿਆ, ਜਿਹੜਾ ਤਨ ਬਾਣੀ ਦੇ ਨਾਲੋਂ ਟੁੱਟ ਗਿਆ, ਜਿਹੜਾ ਤਨ ਸੱਚ ਦੇ ਨਾਲੋਂ ਟੁੱਟ ਗਿਆ, ਫਿਰ ਕੀ ਹੈ? ਮਾਲਕ ਜੀ ਕਹਿਣ ਲੱਗੇ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਫਿਰ ਲਾਏ। ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਵਿਚਰਤ ਰੱਬ ਨੂੰ ਭੁਲਾ ਕੇ ਪਰਮੇਸ਼ਰ ਤੇ ਭੁੱਲਿਆ। ਸਤਿਗੁਰੂ ਜੀ ਕਹਿੰਦੇ ਜੇ ਰੱਬ ਨੂੰ ਭੁਲਾ ਦਿੱਤਾ ਹੀ ਨਾ, ਤੇ ਇਹ ਗੱਲ ਚੇਤੇ ਰੱਖੀ, ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਰੋਗ, ਅਨੇਕਾਂ ਤਰ੍ਹਾਂ ਦੇ ਦੁੱਖ ਤੇਰੇ ਜੀਵਨ ਦੇ ਵਿੱਚ ਖੜੇ ਹੋ ਜਾਣੇ, ਅਨੇਕਾਂ ਤਰ੍ਹਾਂ ਦੀਆਂ ਤਕਲੀਫਾਂ। ਹੁਣ ਇਹ ਵੀ ਸਾਨੂੰ ਨੁਕਤਾ ਸਮਝਣਾ ਚਾਹੀਦਾ ਵੀ ਜਿਹੜੇ ਰੱਬ ਦੇ ਪਿਆਰੇ ਨੇ, ਕਿ ਉਹਨਾਂ ਦੇ ਜੀਵਨ 'ਚ ਦੁੱਖ ਨਹੀਂ ਆਉਂਦੇ। ਜਿਹੜੇ ਰੱਬ ਨੂੰ ਯਾਦ ਰੱਖਦੇ ਆ, ਜਿਹੜੇ ਰੱਬ ਦੀ ਬੰਦਗੀ ਸੇਵਾ ਸਿਮਰਨ ਨਾਲ ਜੁੜੇ ਰਹਿੰਦੇ, ਉਹਨਾਂ ਦੇ ਜੀਵਨ 'ਚ ਦੁੱਖ ਨਹੀਂ ਆਉਂਦੇ। ਜਿਹੜੇ ਰੱਬ ਨੂੰ ਭੁਲਾ ਦਿੰਦੇ ਆ, ਉਹਨਾਂ ਦੇ ਜੀਵਨ 'ਚ ਦੁੱਖ ਜ਼ਿਆਦਾ ਆਉਂਦੇ ਆ। ਨਹੀਂ, ਸਤਿਗੁਰੂ ਦੀ ਬਾਣੀ ਕਹਿੰਦੀ ਇਹ ਦੁੱਖ ਤੇ ਸੁੱਖ ਆ ਨਾ ਜਿਹੜਾ, ਇਹ ਪ੍ਰਮਾਤਮਾ ਦਾ ਹੁਕਮ ਹੈ। ਜਿਹੜੇ ਮਨਮੁਖ ਨੇ, ਜਿਹੜੇ ਰੱਬ ਦੇ ਨਾਮ ਦੇ ਨਾਲ ਟੁੱਟੇ ਨੇ, ਸਤਿਗੁਰੂ ਜੀ ਨੇ ਕਿਹਾ ਉਹਨਾਂ ਨੂੰ ਰਜਾ ਦੀ ਸਮਝ ਨਹੀਂ। ਇਸ ਕਰਕੇ ਉਹ ਛੋਟੇ ਛੋਟੇ ਦੁੱਖ ਨੂੰ ਵੀ ਬੜਾ ਵੱਡਾ ਕਰਕੇ ਮੰਨਦੇ ਆ, ਦੁਖੀ ਹੁੰਦੇ ਆ। ਪਰ ਜਿਨ੍ਹਾਂ ਨੂੰ ਸਮਝ ਆ ਗਈ ਨਾ, ਉਹ ਤੇ ਇੱਕੋ ਹੀ ਗੱਲ ਕਹਿੰਦੇ ਆ, ਮਾਲਕਾ ਤੇਰਾ ਭਾਣਾ ਤੇਰੀ ਰਜ਼ਾ ਆ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਉਹ ਕਹਿਣ ਲੱਗੇ ਆਰਾ ਪਿਆਰਾ ਲਗਤ ਹੈ। ਕਹਿਣ ਲੱਗੇ ਸਾਨੂੰ ਆਰਾ ਚੰਗਾ ਲੱਗਦਾ, ਕਾਰਾ ਕਰੋ ਬਣਾਏ। ਸਿਰ ਜਾਏ ਤਾਂ ਜਾਏ ਮੇਰਾ ਸਿੱਖੀ, ਸਿਦਕ ਨਾ ਜਾਏ। ਕਿਉਂ? ਕਿਉਂਕਿ ਉਹਨਾਂ ਨੂੰ ਸਮਝ ਆ ਗਈ। ਉਹ ਤੇ ਤਤੀਆਂ ਤਵੀਆਂ ਤੇ ਬੈਠ ਕੇ ਵੀ ਇਹ ਗੱਲ ਕਹਿੰਦੇ ਆ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗਿਆ। ਕਿਉਂ? ਕਿਉਂਕਿ ਰਜਾ ਦੀ ਸਮਝ ਆ ਗਈ। ਕਿਉਂਕਿ ਜੀਵਨ ਦੀ ਜੁਗਤੀ ਉਹਨਾਂ ਨੂੰ ਪਤਾ ਲੱਗ ਗਈ ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤਾਂ ਰੱਬ ਦਾ ਭਾਣਾ, ਇਹ ਤਾਂ ਰੱਬ ਦਾ ਹੁਕਮ ਹੈ, ਇਹਨੂੰ ਕੋਈ ਮੇਟਿਆ ਟਾਲਿਆ ਨਹੀਂ ਜਾ ਸਕਦਾ। ਇਸੇ ਲਈ ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਜਿਹੜੇ ਰੱਬ ਦੇ ਨਾਲੋਂ ਟੁੱਟ ਗਏ, ਜਿਨ੍ਹਾਂ ਨੇ ਰੱਬ ਨੂੰ ਵਿਸਾਰ ਦਿੱਤਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ।
ਬੇਮੁਖ ਹੋਏ ਰਾਮ ਤੇ ਲੱਗਣ, ਜਨਮਾਂ ਜਨਮਾਂਤਰਾਂ ਦਾ ਵਿਛੋੜਾ ਪਿਆ ਰਹਿੰਦਾ ਉਹਨਾਂ ਦਾ। ਰੱਬ ਦੀ ਯਾਦ ਹੈ ਤੇ ਜ਼ਿੰਦਗੀ ਹੈ। ਜੇ ਰੱਬ ਦਾ ਪਿਆਰ ਨਹੀਂ ਤੇ ਸਤਿਗੁਰੂ ਜੀ ਨੇ ਕਿਹਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਅਤ ਦਾ ਸੁੰਦਰ ਹੋਵੇ, ਉੱਚੀ ਕੁੱਲ ਵਾਲਾ ਵੀ ਹੋਵੇ, ਚਤੁਰਾਈਆਂ ਵੀ ਕੋਲ ਹੋਣ, ਸਭ ਸਿਆਣਪਾਂ ਵੀ ਕੋਲ ਹੋਣ, ਧਨ ਵੀ ਹੋਵੇ, ਹਰ ਚੀਜ਼ ਕੋਲ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮਾਲਕ ਜੀ ਕਹਿੰਦੇ ਮਿਰਤਕ ਕਹੀਐ ਨਾਨਕਾ, ਤੂੰ ਆਤਮਿਕ ਮੌਤੇ ਮਰਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਤੇਰੀ ਜ਼ਿੰਦਗੀ 'ਚ ਰਸ ਨਹੀਂ, ਤੇਰੀ ਜ਼ਿੰਦਗੀ 'ਚ ਆਨੰਦ ਨਹੀਂ, ਕੇਵਲ ਤੇ ਕੇਵਲ ਭਾਰ ਢੋਰਿਆ। ਮਿਰਤਕ ਕਹੀਏ ਤੂੰ ਮਰਿਆ ਹੋਇਆ ਆ। ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਹਿਰਦੇ ਦੇ ਵਿੱਚ ਰੱਬ ਦਾ ਪਿਆਰ ਨਹੀਂ। ਇਸ ਲਈ ਸਤਿਗੁਰੂ ਜੀ ਨੇ ਕਿਹਾ ਹਰ ਬਿਸਰਤ ਸਦਾ ਖੁਆਰੀ। ਉਹ ਹਮੇਸ਼ਾ ਖੁਆਰੀ ਉਹਨਾਂ ਦੇ ਪੱਲੇ ਪੈਂਦੀ ਆ। ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਬਰਬਾਦ ਹੀ ਹੁੰਦੇ ਆ, ਜੀਵਨ ਨੂੰ ਬਰਬਾਦ ਕਰ ਲੈਂਦੇ ਆ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ। ਕਹਿੰਦੇ ਜਿਨ੍ਹਾਂ ਨੇ ਤੁਹਾਡੀ ਓਟ ਤੱਕੀ ਆ ਨਾ ਉਹ ਮਰੇ, ਨਾ ਤੇ ਉਹ ਆਤਮਿਕ ਮੌਤੇ ਵਿਕਾਰਾਂ ਦੀ ਮੌਤ ਮਰਦੇ ਆ, ਨਾ ਉਹਨਾਂ ਨੂੰ ਵਿਕਾਰ ਠੱਗ ਸਕਦੇ ਆ। ਠੱਗ ਇਹ ਵੀ ਸਮਝਿਓ, ਅਸੀਂ ਤੇ ਦਿਨੇ ਰਾਤ ਠਗੀ ਰਹੇ ਹਾਂ। ਕਦੀ ਸਾਨੂੰ ਲੋਭ ਢਾਲ ਲੈਂਦਾ ਹੈ, ਕਦੀ ਸਾਨੂੰ ਕਾਮ ਢਾਲ ਲੈਂਦਾ ਹੈ, ਕਦੇ ਸਾਨੂੰ ਕ੍ਰੋਧ ਆਣ ਕੇ ਢਾਲ ਲੈਂਦਾ। ਰੋਜ਼ ਤੇ ਲੁੱਟ ਰਹੇ। ਇਸ ਦੇਹੀ ਅੰਦਰ ਪੰਚ ਚੋਰ ਵਸੈ। ਗੁਰੂ ਸਾਹਿਬ ਜੀ ਕਹਿੰਦੇ ਇਹ ਸਾਨੂੰ ਦਿਨੇ ਸਵੇਰੇ ਸ਼ਾਮ ਹਰ ਵੇਲੇ ਲੁੱਟ ਰਹੇ ਆ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਕਹਿੰਦੇ ਅੰਮ੍ਰਿਤ ਲੁੱਟੇ, ਸਾਡੇ ਅੰਦਰੋਂ ਸ਼ੁਭ ਗੁਣੇ ਲੁੱਟ ਰਹੇ ਆ। ਜਿਹੜੇ ਵਿਕਾਰਾਂ ਦੇ ਅਧੀਨ ਬੈਠੇ ਆ, ਮਾਲਕ ਜੀ ਕਹਿਣ ਲੱਗੇ ਕਾਹਦਾ ਜੀਵਨ ਆ? ਵਿਚਰਤ ਕਿਉਂ ਜੀਵਨ ਹੋਏ ਜੀਵਨ, ਕਿਉਂ ਜੀਵੇ ਹੋਏ ਜੀਵਨ? ਮਾਲਕ ਜੀ ਕਹਿਣ ਲੱਗੇ ਰੱਬ ਨੂੰ ਭੁਲਾ ਕੇ ਵਿਕਾਰ ਜਿਹੜੇ ਨੇ ਉਹ ਸਾਡੇ ਸਿਰ ਤੇ ਚੜ ਜਾਂਦੇ। ਫਿਰ ਕੀ ਹੈ? ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ। ਕਹਿੰਦੇ ਮਨਮੁਖ ਬੰਦੇ ਵਿਕਾਰਾਂ ਦੇ ਅਧੀਨ ਹੋ ਕੇ ਸਵੇਰੇ ਸ਼ਾਮ ਸ਼ੁਭ ਗੁਣ ਲੁਟਾਉਂਦੇ ਰਹਿੰਦੇ ਆ। ਪਰ ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਆ ਨਾ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਹੜੇ ਤੇਰੇ ਸੰਤ ਮਾਲਕ ਜੀ ਤੁਹਾਡੇ ਨਾਲ ਜੁੜੇ ਆ, ਸਤਿਗੁਰੂ ਜੀ ਕਹਿੰਦੇ ਤੇਰੇ ਸੇਵਕ ਕੋ ਭਾਓ ਕਿਛ ਨਹੀਂ। ਰੱਬ ਦੇ ਪਿਆਰਿਆਂ ਨੂੰ ਕਿਸੇ ਦਾ ਡਰ ਨਹੀਂ। ਕਿਉਂ ਨਹੀਂ ਡਰ? ਸਤਿਗੁਰੂ ਜੀ ਕਹਿਣ ਲੱਗੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਾਓ ਸਭ ਗਵਾਸੀ। ਰੱਬ ਨੇ ਉਹਨਾਂ ਦਾ ਡਰ ਖਤਮ ਕਰ ਦਿੱਤਾ। ਉਹ ਵਿਕਾਰਾਂ ਤੋਂ ਡਰਦੇ ਨਹੀਂ, ਉਹ ਵਿਕਾਰਾਂ ਤੇ ਕਾਬੂ ਪਾ ਕੇ ਰੱਖਦੇ ਆ। ਮਾਲਕ ਜੀ ਨੇ ਕਿਹਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੇੜੇ। ਇਹ ਜਿਹੜੇ ਜਮਦੂਤ ਨੇ ਨਾ ਵਿਕਾਰ, ਕਹਿੰਦੇ ਰੱਬ ਦੇ ਪਿਆਰਿਆਂ ਦੇ ਨੇੜੇ ਕੋਈ ਨਹੀਂ ਆਉਂਦੀ। ਰੱਬ ਦੇ ਪਿਆਰੇ ਇਹਨਾਂ ਨੂੰ ਢਾ ਕੇ ਰੱਖਦੇ, ਇਹਨਾਂ ਤੇ ਜਿੱਤ ਪ੍ਰਾਪਤ ਕਰਕੇ ਰੱਖਦੇ ਆ। ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿਣ ਲੱਗੇ ਤਾਂ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ ਰਹਾਓ। ਕਹਿੰਦੇ ਬਿਨ ਸਿਮਰਨ ਵਿਚਰਤ ਕਿਉਂ ਜੀਵੇ ਹੋਏ ਜੀਵਨ। ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ, ਰੱਬ ਦੀ ਯਾਦ ਤੋਂ ਬਿਨਾ, ਰੱਬ ਦੀ ਬੰਦਗੀ ਤੋਂ ਬਿਨਾ, ਪਰਮਾਤਮਾ ਦੇ ਮਿਲਾਪ ਤੋਂ ਬਿਨਾ। ਮਾਲਕ ਜੀ ਕਹਿਣ ਲੱਗੇ ਜੀਵਨ ਉਹ ਕਾਹਦਾ? ਬੜੀ ਪਿਆਰੀ ਘਟਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਇੱਕ ਸਿੱਖ ਆਇਆ, ਜਿਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਿਸ਼ ਰੂਹਾਨੀਅਤ ਪ੍ਰਾਪਤ ਕੀਤੀ ਸੇਵਾ ਕਰਕੇ। ਉਹਨੇ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ, ਉਹਨੇ ਆਪਣੇ ਵਿਕਾਰਾਂ ਤੇ ਕਾਬੂ ਪਾਇਆ ਔਰ ਐਸੀ ਸੇਵਾ ਕੀਤੀ ਕਿ ਉਹ ਗੁਰੂ ਕਾ ਸਿੱਖ ਜਿਹਦਾ ਨਾਮ ਭਾਈ ਲੈਣਾ ਆ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੂਪ ਹੋ ਨਿਬੜਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਗ੍ਹਾ ਤੇ ਬਿਠਾ ਦਿੱਤਾ, ਆਪਣੀ ਗੱਦੀ ਦਾ ਮਾਲਕ ਬਣਾ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੀ। ਤਾਂ ਹੀ ਤੇ ਕਿਹਾ ਉਲਟੀ ਗੰਗ ਵਹਾਈਐ ਦੁਨਿਆਈ ਆਖੇ ਕਿ ਕਿਉਂ ਨਾ। ਦੁਨੀਆ ਬੜੀ ਹੈਰਾਨ ਹੈ ਵੀ ਗੁਰੂ ਨੇ ਆਪਣੇ ਚੇਲੇ ਨੂੰ ਮੱਥਾ ਟੇਕ ਦਿੱਤਾ, ਆਪਣੇ ਸਿੱਖ ਨੂੰ ਮੱਥਾ ਟੇਕ ਦਿੱਤਾ। ਵੱਖਰਾ ਹੋਇਆ ਦੁਨੀਆ ਦੇ ਵਿੱਚ ਪਹਿਲੀ ਵਾਰ। ਪਰ ਸਤਿਗੁਰੂ
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਹੀ ਇੰਨਾ ਕਿ ਕਰਦੇ ਆ, ਭਾਵੇਂ ਗੁਰਤਾ ਗੱਦੀ ਮਿਲ ਗਈ ਨਾ, ਪਰ ਫਿਰ ਵੀ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿੰਦੇ ਕੋਈ ਨਹੀਂ, ਕਿਉਂਕਿ ਰੂਹਾਨੀਅਤ ਬਖਸ਼ਿਸ਼ ਤੇ ਗੁਰੂ ਨਾਨਕ ਤੋਂ ਹੀ ਮਿਲੀ ਹੈ ਨਾ। ਇਤਿਹਾਸਕਾਰਾਂ ਨੇ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਨਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕੁਝ ਕੇ ਮਹੀਨਿਆਂ ਬਾਅਦ ਜਦੋਂ ਜੋਤੀ ਜੋਤ ਸਮਾ ਗਏ, ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇੰਨਾ ਪਿਆਰ ਕਰਦੇ ਤੇ ਇੰਨੇ ਵਿਰਾਗ ਦੇ ਵਿੱਚ ਚਲੇ ਗਏ, ਕਿਉਂਕਿ ਵਿਛੋੜੇ ਦਾ ਦੁੱਖ ਹੈ। ਇਸੇ ਲਈ ਤੇ ਕਿਹਾ ਬਾਬਾ ਫਰੀਦ ਸਾਹਿਬ ਨੇ, ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਚਿੱਤ ਤਨ ਬਿਰਹੋ ਨਾ ਉਪਜਿਆ। ਕਹਿੰਦੇ ਜਿਹੜੇ ਤਨ ਦੇ ਵਿੱਚ ਵਿਛੋੜੇ ਦਾ ਦੁੱਖ ਨਹੀਂ ਪੈਦਾ ਹੋਇਆ, ਜਿਹੜੇ ਤਨ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂ ਜੀ ਨਹੀਂ ਪੈਦਾ ਹੋਈ, ਜਿਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਵਿਛੜਿਆ ਹੋਇਆ। ਕਹਿੰਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੋਏਗਾ ਤੂੰ ਮਾੜਾ। ਵਿਛੋੜੇ ਨੂੰ ਕਿਹਾ, ਕਹਿੰਦੇ ਮੇਰੀਆਂ ਨਜ਼ਰਾਂ 'ਚ ਤੇ ਤੂੰ ਸੁਲਤਾਨ ਹੈ, ਤੂੰ ਪੈਦਾ ਹੋਇਆ ਆ ਤੇ ਰੱਬ ਨੂੰ ਮਿਲਣ ਦੀ ਅੰਦਰ ਤਾਂਘ ਪੈਦਾ ਹੋਈ, ਰੱਬ ਦਾ ਮਿਲਾਪ ਪੈਦਾ ਹੋਇਆ। ਚਿੱਤ ਰੱਖਿਓ, ਭੁੱਖ ਲੱਗੇਗੀ ਤੇ ਪ੍ਰਸ਼ਾਦਾ ਛਕਾਂਗੇ, ਜੇ ਭੁੱਖ ਹੀ ਨਹੀਂ ਫਿਰ ਤਾਂ ਪ੍ਰਸ਼ਾਦੇ ਦੀ ਲੋੜ ਹੀ ਨਹੀਂ। ਸਮਝਿਓ ਨਾ, ਜੇ ਅੰਦਰ ਭੁੱਖ ਹੈ ਤੇ ਬੰਦਾ ਕੋਸ਼ਿਸ਼ ਕਰੇਗਾ ਵੀ ਉਪਰਾਲਾ ਕੀਤਾ ਜਾਵੇ, ਨਹੀਂ ਤਾਂ ਕਿਹੜਾ ਅਗਲਾ ਆਪਦੇ ਹੱਥ ਪੈਰ ਲਾਉਣ ਨੂੰ ਤਿਆਰ ਹੈ, ਕਿਹੜਾ ਉੱਥੇ ਆਟਾ ਗੁੰਨਦਾ ਫਿਰੇ, ਕਿਹੜਾ ਤਵੇ ਤੇ ਹੱਥ ਛਡਾਉਂਦਾ ਫਿਰੇ। ਅੰਦਰ ਭੁੱਖ ਹੈ ਤੇ ਫਿਰ ਬੰਦਾ ਕਰਦਾ। ਬਿਲਕੁਲ ਇਸੇ ਤਰ੍ਹਾਂ ਜੇ ਰੱਬ ਨੂੰ ਮਿਲਣ ਦੀ ਤਾਂਘ ਹੈ ਤੇ ਬੰਦਾ ਉਪਰਾਲਾ ਵੀ ਕਰੇਗਾ, ਜੇ ਰੱਬ ਨੂੰ ਮਿਲਣ ਦੀ ਤਾਂਘ ਨਹੀਂ ਤੇ ਬੈਠੇ ਆ ਹੱਥ ਤੇ ਹੱਥ ਰੱਖ ਕੇ। ਇਸ ਲਈ ਅੰਦਰ ਪ੍ਰਮਾਤਮਾ ਅਕਾਲ ਪੁਰਖ ਦੇ ਮਿਲਾਪ ਵਾਸਤੇ ਅੰਦਰ ਭਾਵਨਾ ਦਾ ਹੋਣਾ, ਅੰਦਰ ਦਿਲੀ ਖਿੱਚ ਦਾ ਹੋਣਾ ਬੜਾ ਜ਼ਰੂਰੀ ਹੈ। ਜਿੰਨਾ ਚਿਰ ਖਿੱਚ ਪੈਦਾ ਨਹੀਂ ਨਾ ਹੁੰਦੀ, ਉਹਨਾਂ ਚਿਰ ਅੰਮ੍ਰਿਤ ਵੇਲੇ ਉੱਠਣ ਵਾਸਤੇ ਕਿਹੜਾ ਤਿਆਰ ਹੈ, ਉਹਨਾਂ ਚਿਰ ਬਾਣੀ ਪੜ੍ਹਨ ਵਾਸਤੇ ਕੌਣ ਤਿਆਰ। ਕਿਉਂਕਿ ਜਿਹੜੇ ਨਹੀਂ ਨਾ ਪੜ੍ਹਦੇ, ਜਿਹੜੇ ਇਸ ਪਾਸੇ ਨਹੀਂ ਜੁੜੇ, ਉਹਨਾਂ ਦੇ ਅੰਦਰ ਖਿੱਚ ਹੀ ਨਹੀਂ, ਉਹਨਾਂ ਦੇ ਅੰਦਰ ਵਿਰਾਗ ਪੈਦਾ ਹੀ ਨਹੀਂ ਹੋਇਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ, ਚਿੱਤ ਤਨ ਬਿਰਹ ਨਾ ਉਪਜੈ ਸੋ ਤਨ ਜਾਣ। ਮਸਾਣੋ ਤੇ ਮੁਰਦੇ ਨੇ ਉਹ ਤਨ, ਜਿਹੜਾ ਤਨਾਂ ਦੇ ਜਿਨ੍ਹਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਪੈਦਾ ਨਹੀਂ ਹੋਈ, ਜਿਨ੍ਹਾਂ ਦੇ ਅੰਦਰ ਵਿਛੋੜੇ ਦਾ ਦੁੱਖ ਪੈਦਾ ਨਹੀਂ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਨਾ, ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਵਿਰਾਗ ਦੇ ਵਿੱਚ ਗਏ ਕਿ ਕਰਤਾਰਪੁਰ ਸਾਹਿਬ ਨਗਰ ਤੋਂ ਆ ਕੇ ਕਹਿੰਦੇ ਖੰਡੂਰ ਸਾਹਿਬ ਦੀ ਧਰਤੀ ਤੇ ਮਾਈ ਵੈਰਾਈ ਦੇ ਘਰ ਆ ਕੇ ਬਹਿ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਆਏ ਨਾ ਇੱਥੇ ਮਾਈ ਵੈਰਾਈ ਦੇ ਘਰ, ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਮਾਈ ਨੂੰ ਕਹਿ ਦਿੱਤੀ ਕਿ ਕਿਸੇ ਨੂੰ ਸਾਡੇ ਬਾਰੇ ਦੱਸਣਾ ਨਹੀਂ, ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਣੀ ਚਾਹੀਦੀ ਵੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਇੱਥੇ ਆ। ਇੱਕ ਕੋਠੇ ਦੇ ਵਿੱਚ ਬਹਿ ਗਏ ਤੇ ਬਾਹਰਲੇ ਪਾਸੋਂ ਦਰਵਾਜ਼ਾ ਬੰਦ ਕਰਾਤਾ ਵੀ ਕੁੰਡਾ ਨਹੀਂ ਖੋਲਣਾ, ਦਰਵਾਜ਼ਾ ਨਹੀਂ ਖੋਲਣਾ। ਵੇਖੋ ਕਿੰਨਾ ਅੰਦਰ ਦੁੱਖ ਹੈ, ਵਿਰਾਗ ਵਿਛੋੜੇ ਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ, ਤੇ ਮੈਂ ਕਹਿੰਦਾ ਵੀ ਉਹ ਕਿੰਨੀ ਭਾਗਾਂ ਵਾਲੀ ਰੂਹ ਹੈ ਮਾਈ ਵੈਰਾਈ। ਦੁਨੀਆ ਨੂੰ ਛੱਡ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਾਈ ਵੈਰਾਈ ਦੇ ਕੋਲ ਗਏ, ਉਹਦੇ ਘਰ ਦੇ ਵਿੱਚ ਜਾ ਕੇ ਬੈਠੇ। ਕੁਝ ਦਿਨ ਬੀਤੇ, ਸੰਗਤਾਂ ਵਿਆਕੁਲ ਨੇ, ਤੇ ਸੰਗਤਾਂ ਹੁਣ ਗੁਰੂ ਜੋਤ ਗੁਰੂ ਨਾਨਕ ਸਾਹਿਬ ਤੇ ਜੋਤੀ ਜੋਤ ਸਮਾਜ ਚੁੱਕਿਆ, ਗੁਰੂ ਜੋਤ ਕਿੱਥੇ ਆ? ਸਾਰਿਆਂ ਨੂੰ ਪਤਾ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੀ ਗੱਦੀ ਦੇ ਕੇ ਗਏ, ਪਰ ਗੁਰੂ ਅੰਗਦ ਸਾਹਿਬ ਜੀ ਕਿੱਥੇ ਨੇ? ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾ,
दुनिया तो लुक सकदा पर तेनू ज्ञान होएगा गुरु जोत किथे आ, तैनू पता होएगा। जदों बाबा बुढ़ा साहब जी नूं बेनती कीती ते बाबा बुढ़ा साहब जी खंडूर साहब आए ते खंडूर साहब आन के माई बहराई नूं पुछया भी गुरु, ते माई बहराई जी ने चुप कर गए, क्योंकि गुरु साहब ने कहा सी दसना नहीं किसी नूं, चुप कर गए। बाबा बुढ़ा साहब जी समझ गए भी गुरु जोत इन्हां दे घर है, पर ये हुक्म दे बजे हुए ने, गुरु ने कहा दसना नहीं। ते माई नूं कहंदे चिंता ना कर, तू ना दस क्योंकि तैनू गुरु ने हुक्म किया होया, मैनू पता लग गया गुरु किथे आ। माई वैराई दे घर गए ते उथे जिहड़ा कमरे दा दरवाजा बंद सी ना, सारे पासे उहदे घुम के वेख्या ते सारी संगत नूं नाल लैके ना उसे कमरे दे दरवाजे दे अगे बाबा बुढ़ा साहब जी संगत नूं लैके बह गए। ते जदों संगत नूं लैके बैठे ना बाबा बुढ़ा साहब, ते संगत नूं इक्को गल कही भी आपां गुरु नानक दी बाणी दा कीर्तन करदे आ। ये साडा इतिहास आ। संगत ने बाबा बुढ़ा साहब जी ने रल के कीर्तन किया, ते जदों शब्द पढ़े ना गुरु नानक साहब सच्चे पातशाह जी की बाणी दे, जदों जपजी साहब जी की बाणी का पाठ होया, जदों मोती तो मंदिर उसरै रतनी ता होए जड़ाओ कस्तूर कुंगू अगर चंदन ली पावे, गुरु की बाणी का कीर्तन हो रहा। कहते अजे थोड़ा ही चिर होया सी, दरवाजा खुलिया ते सतगुरु गुरु अंगद साहब सच्चे पातशाह आप संगत दे विच आण के बह गए, संगत दे विच आण के बह गए। सतगुरु गुरु अंगद साहब सच्चे पातशाह जी ने चरणों में नमस्कार संगतां ने कीतियां। बाबा बुढ़ा साहब जी पुछदे भी सतगुरु जी ये क्यों, ते सतगुरु गुरु अंगद साहब जी ने उदों बचन कहे से, कहंदे जिस प्यारे स्यो ने, जिस प्यारे दे नाल प्यार है ना साडा, कहंदे तिस आगे मर चलीए, कहंदे ओदे तो पहला मर जाना चंगा, त्रिग जीवन संसार तां कह पाछै जीवन, कह लगे त्रिकार जो गए ओदे तो बाद जीवन, बिन सिमरन जो जीवन बलना, सर्प जैसे अरजारी, नव खंडन को राज कमावे अंत चले गो हारी। सतगुरु जी ने कहा बिछड़त क्यों जीवे हुए जीवन, कह लगे काहदा जीवन है जिस जीवन दे विच रब दी याद नहीं, वो जीवन काहदा जीवन है जेड़े जीवन दे विच परमात्मा नालों विछोड़ा पिया होया है। ते अगली गल कही, कहते जिन्हां नूं इस गल दा पता लग जांदा ना भी असीं रब दे नालों विछड़े होए आ, कहते चितै उलास, उलास दा मतलब तांग उन्हां दे अंदर पैदा हो जाती, चित्त दे विच तांग पैदा हो जाती है। आस मिलबे की, कहते फिर एक आस मन दे विच उन्हां ने तकली बना ली आ, जिहड़ी भी असीं रब नूं मिलना, रब दे मिलाप दी उन्हां दे अंदर चाह पैदा हो जाता है, तांग पैदा हो जाती है। चितै उलास आस मिलबे की, चरण कमल रस पीवन, कहते परमात्मा दे चरणा कमलों का रस पीण दी उन्हां दे अंदर भुख तांग ते पैदा हो जाती। रहो कहते जिन को प्यास तुम्हारी प्रीतम, रब जी जिन्हां नूं तुहाडे नाम दी प्यास लग गई। देखो दास ने पहला भी बेनती की, नाम दी प्यास दा होना बड़ा जरूरी है, अंदर तांग होनी बड़ी जरूरी है। जिवें भुख तो बिना प्रसादा नहीं छकिया जाता, प्यास तो बिना पानी नहीं पीता जाता, अंदर दी तांग तो बिना रब दा मिलाप भी नहीं जिउंदा। रब दे मिलाप वास्ते अंदर विछोड़े दा दुख होना, अंदर दी तांग होनी, अंदर दिली खिच होनी बड़ी जरूरी है। भगत रविदास जी का एक बड़ा प्यारा बचन है। भगत रविदास जी कहन लगे, कहते जिहड़ी प्रीत है ना, प्रीत रब दे नाल बनी है, जिहड़ी रब दे नाल जिहड़ा प्यार बनिया आ, कहते मैनू डर आ। भगत रविदास जी कहते जिहड़ी खिच बनी हुई ना, खिच प्यार, कहते मैनू डर आ किधरे ये टुट ना जावे। ते अगों जवाब आया, कहन लगे फिर की है, जे टुट गया प्यार ते दोबारा बन जाएगा,
जे दिली खिच खत्म होंदी तो दोबारा पैदा हो जाएगी। भगत रविदास जी कहते कि नहीं नहीं नहीं, ये तुहाडा भुलेखा। कहते ये जिहड़ी प्रीत है ना, जिहड़ी दिली खिच बनी आ, कहते एवें नहीं बन गई। ਇਹਦੇ ਵਾਸਤੇ ਆਪਣਾ ਆਪਾ ਗਵਾਉਣਾ ਪੈਂਦਾ ਹੈ, ਇਹਦੇ ਵਾਸਤੇ ਆਪਣੇ ਆਪੇ ਨੂੰ ਖਤਮ ਕਰਨਾ ਪੈਂਦਾ, ਇਹਦੇ ਵਾਸਤੇ ਆਪਣਾ ਆਪਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਰੱਖਣਾ ਪੈਂਦਾ। ਤੇ ਇਹ ਹਰ ਕੋਈ ਨਹੀਂ ਰੱਖ ਸਕਦਾ। ਤੇ ਇਹ ਖੇਡ ਚੇਤੇ ਰੱਖਿਆ ਜੇ ਹਰ ਵਾਰੀ ਨਹੀਂ ਬਣਦੀ, ਕਦੇ ਕਦੇ ਬਣਦੀ। ਬੜੀ ਪਿਆਰੀ ਗੱਲ ਕਹੀ ਭਗਤ ਰਵਿਦਾਸ ਜੀ ਨੇ। ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਨੂੰ ਡਰਿਆ ਕਿਧਰੇ ਮੇਰੀ ਪ੍ਰੀਤ ਘਟ ਨਾ ਜਾਏ, ਟੁੱਟ ਨਾ ਜਾਏ। ਮੇਰੀ ਮੇਰੀ ਜਿਹੜੀ ਇਹ ਬਣੀ ਹੋਈ ਤਾਂਘ, ਜਿਹੜੀ ਜੁੜੀ ਹੋਈ ਲੇਵਿਆ, मेरी प्रीत गोबिंद स्यों जिन कटै। क्यों? क्योंकि मैं तो मोल महंगी लई, मैं बड़ी मोल जेड़ा इहदा मुल आना बड़ा महंगा तारिया, मैं तो मोल महंगी लई जी सटै। मैं बेनती करा भाई साहब, भाई सुभेग सिंह, भाई साहब भाई शहबाज सिंह, आपां अरदास दे विच बचन पढ़दे हां, जिन्हां दे खोपड़ लाए गए, जिन्हां नूं चरखड़ियां ते चढ़ाया गया, ये चरखड़ियां ते चढ़न वाले योधे ने। भाई साहब भाई सुबेग सिंह, भाई साहब भाई शहबाज सिंह। जिस वेले इन्हां नूं पेश किया गया ना कचहरी दे विच जकरिया खान दे सामने, बड़े तरह के लालच दिते गए, बड़ा डराया ते धमकाया गया। और जिन्नियां भी शहीदियां होईयां ने ना सिख धर्म दे विच, हरेक शहीदी दे विच उहनूं एक मौका दिता गया, उन्होंने कहा गया भी जे साडे धर्म नूं अपना लेगा तो तेरे वास्ते आ राह खुला है, बच जाएगा। ऑफर दी गई, ऑफर सी छड़ दिओ धर्म नूं, सिक्खी नूं छड़ दिओ, साडे वल्ले आ जाओ, तुहाडे कोल राह है। पर गुरु के सिखां दा प्यार वेखो किन्ना है। उन्हां नूं पता सी कि ये जिहड़ी सिक्खी है ना, सिक्खी ये सिक्खी ये एवें नहीं मिल गई। इस सिक्खी नूं लैण वास्ते असीं अपने साडे बजुर्गां ने अपना खून डोलिया होया। साडे गुरु गोबिंद सिंह साहब ने इस सिक्खी नूं जिउंदे रखण वास्ते अपने लाल वारे ने, उन्हां नूं पता। ते जिन्हां नूं इस गल दा पता है ना, वो फिर डोलदे थोड़ा नहीं, वो कहंदे चरखड़ियां ते चढ़ा लो, सिक्खी नहीं छड्डण लगे असीं, साडा प्यार है सिक्खी नाल। तां ही ते क्या कहते मेरी प्रीत गोबिंद स्यों जिन कटै, मैं तो मोल महंगी लई, मैं तो बड़ी महंगी लई है ये प्रीत। ये सिक्खी, ये नाम की दात बड़ी महंगी चीज है, ये दुकाना ते नहीं मिलती। ये नहीं भी आ जा तेनों नाम दे देना ते आ जा मेरे को, आ जा साडे डेरे ते आ जा ते आ मिल जाएगा, इस तरह नहीं मिलता। इत्थे ते अपना आपा बेचना पैंदा है, इत्थे ते अपना आपा निशावर करना पैंदा है, इत्थे ते सिर तली ते रखना पैंदा है, इत्थे ते खोपर लवाउणा पैंदा, इत्थे ते चरखड़ियां ते चढ़ना पैंदा। ताई ते क्या कहंदे चित्तै उलास आस मिलबे की चरण कमल रस पीवन, जिन को प्यास तुम्हारी प्रीतम। जिन्हां दे अंदर परमात्मा अकाल पुरख दे दर्शनां दी प्यास पैदा हो जाती। फिर अगे क्या तिनको नाही तिनको अंतर नाही, कहते रब दे विच ते उन्हां दे विच फिर भेद कोई नहीं रहिंदा। गुरु साहब गुरु गोबिंद सिंह साहब ने कहा ना, कहते हर जन तू एक है, रब ते रब दा प्यारा। जिनको प्यास तुम्हारी प्रीतम, तिनको अंतर नाही, उन्हां विच ते रब विच भेद नहीं, भेद खत्म हो गया, दूरी खत्म हो गई। सतगुरु जी ने बचन कहे, कहते हर जन तू एक है, बेबे विचार कशनाए, कहते कोई अंतर नहीं उन्हां दे विच। जल ते उपज तरंग जो जल ही विखै समाए, वो रब दा ही रूप हो गया। भगत कबीर साहब ने क्या कहते तू करता तू हुआ। रब जी रब रब करदे आ, वाहिगुरू वाहिगुरू करदे आ, राम राम करदे आ, राम दा ही रूप हो गए, वाहिगुरू दा ही रूप हो गए। कहते तू करता तू हुआ, मुझ में रहा ना हूं। कहते हुण कबीर खत्म हो गया, जब आपा पर का मिट गया, मेर तेरे जो खत्म हो गई ना, जत देखो
ਤਤ ਤੂੰ ਤਿੰਨ ਕੋ ਅੰਤਰ ਨਹੀਂ। ਉਹਨਾਂ ਦੇ ਵਿੱਚ ਫਰਕ ਹੀ ਨਹੀਂ। ਰੱਬ ਦੇ ਵਿੱਚ ਤੇ ਨਾਮ ਜਪਣ ਵਾਲੀਆਂ ਰੂਹਾਂ ਦੋਵੇਂ ਇੱਕ ਹੀ ਨੇ। ਸਤਿਗੁਰੂ ਜੀ ਨੇ ਅੱਗੇ ਕਿਹਾ, ਜਿਨ ਕਉ ਬਿਸਰੈ ਮੇਰੋ ਰਾਮ ਪਿਆਰਾ। ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ, ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ, ਸੇ ਮੂਏ ਮਰ ਜਾਹੀ। ਕਹਿੰਦੇ ਉਹ ਆਤਮਿਕ ਮੌਤੇ ਮਰੇ ਰਹਿੰਦੇ ਆ, ਉਹ ਵਿਕਾਰਾਂ ਦੀ ਮੌਤ ਮਰੇ ਰਹਿੰਦੇ ਆ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ, ਰੱਬ ਨੂੰ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ ਵੇਮਖ ਹੋਏ, ਰਾਮ ਤੇ ਲੱਗਣ ਜਨਮ ਵਿਜੋਗ। ਖਿਨ ਮੈਂ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ਼। ਸਤਿਗੁਰੂ ਜੀ ਕਹਿੰਦੇ ਸੇ ਮੂਵੇ ਮਰ ਜਾਈ। ਉਹ ਵਿਕਾਰਾਂ ਦੀ ਮੌਤ ਮਰੇ ਰਹਿੰਦੇ ਆ। ਉਹਨਾਂ ਦੇ ਅੰਦਰ ਫਿਰ ਰੱਬ ਨੂੰ ਮਿਲਣ ਦੀ ਤਾਂਘ ਪੈਦਾ ਨਹੀਂ ਹੁੰਦੀ। ਉਹਨਾਂ ਦੇ ਜੀਵਨ ਦੇ ਵਿੱਚ ਕਦੇ ਰਸ ਬਣਦਾ ਹੀ ਨਹੀਂ, ਆਨੰਦ ਬਣਦਾ ਹੀ ਨਹੀਂ। ਮਾਲਕ ਜੀ ਕਹਿੰਦੇ ਮਨ ਤਨ ਰਵ ਰਹਿਆ ਜਗਦੀਸ਼ਵਰ। ਜਿਹੜੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਆ ਨਾ, ਉਹ ਇਹ ਸਮਝ ਲੈਂਦੇ ਆ ਕਿ ਮੇਰੇ ਹਿਰਦੇ ਵਿੱਚ, ਮੇਰੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਜੀ ਆਪ ਵਸ ਰਹੇ ਨੇ। ਫਿਰ ਕਹਿੰਦੇ ਪੇਖਤ ਸਦਾ ਹਜੂਰੇ। ਆਪਣੇ ਅੰਦਰ ਵੀ ਵਸਦਾ ਹੋਇਆ ਵੇਖਦੇ ਨੇ ਤੇ ਬਾਹਰ ਆਸੇ ਪਾਸੇ ਹਰ ਥਾਂ ਤੇ ਉਹਨਾਂ ਨੂੰ ਰੱਬ ਹੀ ਨਜ਼ਰ ਆਉਂਦਾ। ਉਹ ਕਹਿੰਦੇ ਜੈ ਜੈ ਪੇਖੋ ਤਹਿ ਹਜ਼ੂਰ ਦੂਰ ਕਤਹੁ ਨਾ ਜਾਈ। ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਚੇਤੇ ਰੱਖਿਓ, ਜੇ ਇਹ ਅਵਸਥਾ ਬਣਾਉਣੀ ਆ ਨਾ ਵੀ ਹਰ ਥਾਂ ਤੇ ਸਾਨੂੰ ਪ੍ਰਮਾਤਮਾ ਨਜ਼ਰ ਆਏ, ਹਰ ਥਾਂ ਤੇ ਪ੍ਰਮਾਤਮਾ ਅਕਾਲ ਪੁਰਖ ਦੇ ਸਾਨੂੰ ਦਰਸ਼ਨ ਹੋ ਜਾਣ, ਇਹਦੇ ਵਾਸਤੇ ਪਹਿਲਾਂ ਸਾਨੂੰ ਆਪਣੇ ਅੰਦਰੋਂ ਪ੍ਰਮਾਤਮਾ ਨੂੰ ਵੇਖਣਾ ਪੈਣਾ ਹੈ। ਪਹਿਲਾਂ ਆਪਣੀ ਆਤਮਾ ਨੂੰ ਸੋਧਣਾ ਪੈਣਾ। ਜਿੱਦਣ ਅਸੀਂ ਅੰਦਰੋਂ ਦਰਸ਼ਨ ਕਰ ਲਾਂਗੇ ਨਾ, ਪਤਾ ਲੱਗ ਜਾਏਗਾ ਕਿ ਨਾਮੇ ਨਾਰਾਇਣ ਨਹੀਂ ਭੇਦ। ਜਿੱਦਣ ਅਵਸਥਾ ਬਣ ਜਾਏਗੀ ਕਿ ਪ੍ਰਮਾਤਮਾ ਅਕਾਲ ਪੁਰਖ ਜੀ ਹਿਰਦੇ ਦੇ ਵਿੱਚ ਵਸ ਰਹੇ ਨੇ, ਜਦੋਂ ਅੰਦਰੋਂ ਰੱਬ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ, ਉਦੋਂ ਜਿਹੜੇ ਪਾਸੇ ਵੀ ਨਜ਼ਰ ਮਾਰਾਂਗੇ ਉਹ ਪਤਾ ਲੱਗ ਜਾਏਗਾ ਤੁਧ ਬਿਨ ਦੂਜਾ ਨਾਹੀ ਕੋਏ। ਉਦੋਂ ਅਵਸਥਾ ਬਣ ਜਾਣੀ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਨੂੰ ਆਪਣਾ ਆਪਾ ਨਜ਼ਰ ਆਉਂਦਾ, ਆਪਣਾ ਨਜ਼ਰ ਆਉਂਦਾ ਹੈ, ਬੇਗਾਨਾ ਬਗਾਨਾ ਨਜ਼ਰ ਆਉਂਦਾ। ਪਤਾ ਕਿਉਂ? ਕਿਉਂਕਿ ਸਾਡੇ ਅੰਦਰ ਦੀ ਅਜੇ ਉਹ ਅਵਸਥਾ ਬਣੀ ਨਹੀਂ। ਇਹ ਚੇਤੇ ਰੱਖਿਓ। ਪਹਿਲੇ ਦਿਨ ਬੱਚੇ ਨੂੰ ਸਕੂਲ ਭੇਜੀਏ ਨਾ, ਪਹਿਲੇ ਦਿਨ, ਤੇ ਉਹਨੂੰ ਤੇ ਪੈਨਸਲ ਵੀ ਫੜਨੀ ਨਹੀਂ ਆਉਂਦੀ, ਉਹਨੂੰ ਪੈਨ ਕਿਤੇ ਫੜਨਾ ਆਉਂਦਾ, ਉਹਨੂੰ ਤੇ ਕਾਪੀ ਨਹੀਂ ਫੜਨੀ ਆਉਂਦੀ, ਉਹਨੂੰ ਕਿਤਾਬ ਦਾ ਪਤਾ ਨਹੀਂ ਪੁੱਠਾ ਪਾਸਾ ਕਿਹੜਾ ਤੇ ਸਿੱਧਾ ਪਾਸਾ ਕਿਹੜਾ। ਪਰ ਜਦੋਂ ਉਹਦਾ ਅਭਿਆਸ ਬਣ ਜਾਂਦਾ, ਜਦੋਂ ਉਹ 10ਵੀਂ ਕਲਾਸ ਦਾ ਵਿਦਿਆਰਥੀ ਬਣ ਜਾਂਦਾ, ਉਹਨਾਂ ਨੂੰ ਸਾਰਾ ਕੁਝ ਹੀ ਪਤਾ ਲੱਗ ਜਾਂਦਾ। ਉਹ ਟੀਚਰ ਬੋਲੀ ਜਾਂਦਾ ਤੇ ਉਹ ਲਿਖੀ ਜਾਂਦਾ, ਉਹਦਾ ਅਭਿਆਸ ਬਣ ਗਿਆ। ਹੁਣ ਜਿਹੜੀ ਪਹਿਲੀ ਵਾਲੀ ਅਵਸਥਾ ਹੈ ਤੇ 10ਵੀਂ ਵਾਲੀ ਅਵਸਥਾ, BA ਵਾਲੀ ਅਵਸਥਾ, ਉਹਦੇ 'ਚ ਬੜਾ ਫਰਕ ਹੈ। ਉਦੋਂ ਸਾਰਾ ਕੁਝ ਪਤਾ, ਉਦੋਂ ਸਾਰਾ ਕੁਝ ਗਿਆਨ ਹੈ। ਮਾਲਕ ਜੀ ਕਹਿੰਦੇ ਸ਼ੁਰੂਆਤ ਕਰ, ਜਿਵੇਂ ਜਿਵੇਂ ਸ਼ੁਰੂਆਤ ਕਰੇਗਾ ਅਵਸਥਾਵਾਂ ਬਦਲਣਗੀਆਂ। ਭਾਵਨਾ ਬਣਾ ਕੇ, ਦਿਲ ਲਾ ਕੇ ਜਦੋਂ ਤੂੰ ਮਿਹਨਤ ਕਰੇਗਾ ਨਾ, ਅਵਸਥਾਵਾਂ ਬਦਲਣਗੀਆਂ। ਸ਼ੁਰੂਆਤ ਵਾਲੀ ਅਵਸਥਾ ਹੋਰ ਹੋਏਗੀ, ਤੇ ਜਦੋਂ ਮਿਲਾਪ ਵਾਲੀ ਅਵਸਥਾ ਆਏਗੀ ਨਾ, ਮਾਲਕ ਜੀ ਕਹਿੰਦੇ ਉਹ ਤੁਰੀ ਅਵਸਥਾ ਹੋਰ ਹੈ। ਉੱਥੇ ਗਿਆਨ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਬ੍ਰਹਮ ਕੀ ਟਾਟੀ ਰਹਿ ਨ ਮਾਇਆ ਬਾਂਦੀ। ਦੁਚਿੱਤੇ ਕੀ ਦੋ ਖੂਨ ਗਰਾਨੀ, ਮੋਹ ਬਲੇਡਾ ਟੂਟਾ, ਤ੍ਰਿਸ਼ਨਾ ਸ਼ਾਨ ਪਰੀ ਧਰ ਉਪਰ, ਦੁਰਮਤ ਭਾਂਡਾ ਟੂਟਾ। ਐਸੀ ਅਵਸਥਾ ਬਣ ਜਾਣੀ। ਮਾਲਕ ਜੀ ਨੇ ਕਿਹਾ ਮਨ ਤਨ ਰਵ ਰਹਿਆ ਜਗਦੀਸ਼ਵਰ, ਪੇਖਤ ਸਦਾ ਹਜ਼ੂਰੇ। ਹਰ ਵੇਲੇ ਰੱਬ ਨੇੜੇ ਹੈ। ਨਾਨਕ ਰਵ ਰਹਿਓ ਸਭ ਅੰਤਰ। ਕਹਿੰਦੇ ਕਿੱਥੇ ਆ ਰੱਬ? ਕਹਿੰਦੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਰਿਹਾ। ਸਰਬ ਰਹਿਆ ਭਰਪੂਰੇ, ਕਣ ਕਣ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਜੀ ਸਮਾਏ ਹੋਏ ਨੇ। ਇਹ ਅਵਸਥਾ ਜਿਸ ਵੇਲੇ ਬਣ ਗਈ, ਮਾਲਕ ਜੀ ਕਹਿਣ ਲੱਗੇ ਰੱਬ ਸਾਰਿਆਂ ਦੇ ਵਿੱਚ ਦਿਸਣਾ ਸ਼ੁਰੂ ਹੋ ਗਿਆ। ਸਮਝ ਲਓ ਵੀ ਸਾਡਾ ਇਹ ਜੀਵਨ, ਸਾਡੀ ਇਹ ਜ਼ਿੰਦਗੀ ਜਿਹੜੀ ਉਹ ਸਫਲ ਹੋ ਗਈ। ਕਿਉਂਕਿ ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਦੇ ਵਿੱਚ ਇਹੀ ਬਚਨ ਕਹੇ। ਮਾਲਕ ਜੀ ਕਹਿੰਦੇ ਵਿਛਰਤ ਕਿਉਂ ਜੀਵੈ ਉਹ ਜੀਵਨ, ਉਹ ਕਾਹਦਾ ਜੀਵਨ ਹੈ? ਉਹ ਜੀਵਨ ਕਿਸ ਲੇਖੇ?
ਜਿਸ ਜੀਵਨ ਦੇ ਵਿੱਚ, ਜਿਸ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਦਾ ਪਿਆਰ ਨਹੀਂ, ਰੱਬ ਦੀ ਯਾਦ ਨਹੀਂ, ਗੁਰੂ ਸਾਹਿਬ ਕਿਰਪਾ ਕਰਨ ਸਾਡੇ ਹਿਰਦਿਆਂ ਦੇ ਵਿੱਚ ਵੀ ਪ੍ਰਮਾਤਮਾ ਅਕਾਲ ਪੁਰਖ ਦੇ ਦਰਸ਼ਨਾਂ ਦੀ ਟੰਗ ਪੈਦਾ ਹੋ ਜਾਏ। ਅਸੀਂ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ, ਅਸੀਂ ਵੀ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਹੋਈਆਂ ਭੁੱਲਾਂ ਲਈ ਮੁਆਫੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ